ਨੈਕਸਟ ਇਸ ਤੋਂ ਅੱਗੇ ਜਿਹੜਾ ਆਪਾਂ ਕੰਟੀਨਿਊ ਕਰਨ ਲੱਗੇ ਹੁਣ ਇਸੇ ਟੌਪਿਕ ਦੇ ਨਾਲ ਰਿਲੇਟਡ ਹੀ ਚੱਲਦੇ ਚੱਲਾਂਗੇ। ਉਹ ਕਹਿੰਦਾ ਜੇ ਅਰਥ ਮੈਗਨੇਟਿਜ਼ਮ ਸ਼ੋ ਆਫ ਕਰਦੀ ਆ, ਜੇ ਆਪਾਂ ਇਹ ਕਹਿ ਰਹੇ ਕਿ ਵੀ ਅਰਥ ਵਿਲ ਸ਼ੋ ਦਾ ਮੈਗਨੇਟਿਜ਼ਮ, ਉਹ ਕਹਿੰਦਾ ਅਰਥ ਦੇ ਮੈਗਨੈਟਿਕ ਪੋਲ ਦੀ ਲੋਕੇਸ਼ਨ ਕੀ ਹੈ। ठीक है, ਤੇ ਆਪਾਂ ਡਿਫਾਈਨ ਕਰ ਦਿੰਦੇ ਕਿ ਜੇ ਐਸ ਸੱਚ ਆ ਲਾਈਨਾਂ ਜਿਹੜੀਆਂ ਆਪਾਂ ਡਰਾ ਕਰਦੇ ਪਏ, ਜੇ ਇਹ ਮੇਰੇ ਜਿਓਗ੍ਰਾਫਿਕ ਸਾਊਥ ਤੇ ਜਿਓਗ੍ਰਾਫਿਕ ਨਾਰਥ ਦੀ ਡਾਇਰੈਕਸ਼ਨ ਆ ਔਰ ਆ ਮੇਰਾ ਈਸਟ ਵੈਸਟ ਡਾਇਰੈਕਸ਼ਨ ਆ ਜਾਏ ਔਰ ਈਸਟ ਵੈਸਟ ਤੇ ਅਲੋਂਗ ਜੇ ਅਸੀਂ ਇੱਕ ਐਸ ਸੱਚ ਇੱਥੇ ਆ ਹੌਰੀਜ਼ੌਂਟਲ ਪਲੇਨ ਕੰਸੀਡਰ ਕਰੀਏ, ठीक है, ਜੇ ਇੱਕ ਹੌਰੀਜ਼ੌਂਟਲ ਪਲੇਨ ਕੰਸੀਡਰ ਕਰਾਂ ਤੇ ਇਹਨੂੰ ਅਸੀਂ ਨਾਮ ਦੇ ਦਿੰਦੇ ਇਹ ਮੇਰਾ ਜਿਓਗ੍ਰਾਫਿਕ ਇਕੁਏਟਰ ਆ ਜਿਹੜਾ ਜਿਓਗ੍ਰਾਫਿਕ ਪੋਲ ਦੇ ਪਰਪੈਂਡੀਕੂਲਰ ਆ। इन्नी गल समझ लग रही? यस सर। यस सर। सारा ਤੁਹਾਡੀ 10th ਤੱਕ ਦੀ ਜਿਓਗ੍ਰਾਫੀ ਵਾਲਾ ਪਾਰਟ ਆ, ਕੁਝ ਨਵਾਂ ਨਹੀਂ ਇਹਦੇ ਚ ਆਣਾ। ਹੁਣ ਜੇ ਅਸੀਂ ਇਹ ਕਹਿ ਰਹੇ ਬੱਚੇ ਕਿ ਵੀ ਅਰਥ ਵਿਲ ਸ਼ੋ ਦਾ ਮੈਗਨੇਟਿਜ਼ਮ, ਤੇ ਜੇ ਅਰਥ ਮੈਗਨੇਟਿਜ਼ਮ ਸ਼ੋ ਆਫ ਕਰਦੀ ਆ ਤੇ ਅਰਥ ਦੇ ਮੈਗਨੈਟਿਕ ਪੋਲ ਕਿੱਥੇ ਨੇ? क्या एग्जैक्टली जिधर अर्थ ਦੇ ਜਿਓਗ੍ਰਾਫਿਕ ਨਾਰਥ ਸਾਊਥ ਹੈ, क्या ਐਗਜ਼ੈਕਟ ਇਹਨਾਂ ਮੈਚ ਕਰਦੇ? ਤੇ देयर ਵੀ फाइंड ਕਿ ਜਦੋਂ ਵੀ ਤੁਸੀਂ ਕਿਸੇ ਮੈਗਨੇਟ ਨੂੰ ਫ੍ਰੀਲੀ ਸਸਪੈਂਡ ਕਰੋਗੇ ਤੇ ਮੈਗਨੇਟ ਐਗਜ਼ੈਕਟਲੀ ਨਾਰਥ ਸਾਊਥ ਡਾਇਰੈਕਸ਼ਨ ਜਿਹੜਾ ਜਿਓਗ੍ਰਾਫਿਕ ਹੈਗਾ ਇਧਰ ਨਹੀਂ ਰੁਕੇਗੀ। ਮੈਗਨੇਟ ਸਾਡੀ ਹਮੇਸ਼ਾ ਇਸ ਜਿਓਗ੍ਰਾਫਿਕ ਡਾਇਰੈਕਸ਼ਨ ਤੋਂ ਕੁਝ ਐਂਗਲ ਤੇ ਟਿਲਟ ਹੋ ਕੇ ਰੁਕਦੀ ਹੈ। ਮੈਂ ਫੇਰ ਲਾਈਨ ਰਿਪੀਟ ਕਰ ਰਿਹਾ ਕਿ ਜੇਕਰ ਅਸੀਂ ਅਰਥ ਦੇ ਅੰਦਰ ਇਹ ਮੰਨਦੇ ਪਏ ਕਿ ਅਰਥ ਦੇ ਮੈਗਨੈਟਿਕ ਪੋਲ ਹੈਗੇ ਆ, ਤੇ क्या अर्थ दे मैग्नेटिक पोल ते अर्थ दे जियोग्राफिक पोल क्या ये दोनों एग्जैक्ट कहना जी अलाइंड आ? क्या दोनों दे दोनों एग्जैक्ट सेम स्ट्रेट लाइन ते आ? ते देयर भी फाइंड कि भी एज सच नहीं हैगा। जिधर नो साडा जियोग्राफिक नॉर्थ आ, नो डाउट इस साइड नो साडी अर्थ दी मैग्नेट दा साउथ पोल आ, पर वो साउथ पोल एग्जैक्टली इस लाइन दे नाल अलाइंड नहीं हैगा। ते देयर भी फाइंड कि साडी मैग्नेट जदों आके रुकदी आ वो एग्जैक्ट इस डायरेक्शन च ना रोके, ਇਹਦੇ ਤੋਂ ਕੁਝ ਐਂਗਲ ਤੇ ਹਮੇਸ਼ਾ ਰੁਕੇਗੀ। ਤੇ ਸਾਡੇ ਵਾਲੀ ਬਾਰ ਮੈਗਨੇਟ ਨੇ ਜਿਓਗ੍ਰਾਫਿਕ ਪੋਲ ਨਹੀਂ ਲੱਭਣੇ, ਇਹਦੇ ਲਈ ਜਿਓਗ੍ਰਾਫਿਕ ਪੋਲ ਕਿਤੇ ਮੈਟਰ ਨਹੀਂ ਕਰਦੇ। ਇਹਨੇ ਜਦੋਂ ਲੱਭਣੇ ਮੈਗਨੇਟ ਨੇ ਇਹਨੇ ਅਰਥ ਦੇ ਮੈਗਨੈਟਿਕ ਪੋਲ ਲੱਭਣੇ। ਇਹਦਾ ਮਤਲਬ ਜੇ ਇਸ ਡਾਇਰੈਕਸ਼ਨ ਦੇ ਅੰਦਰ, ਮਤਲਬ ਜੇ ਮੈਂ ਇਹਦੇ ਅਕੋਰਡਿੰਗਲੀ ਚੱਲਾਂ ਤੇ ਜੇ ਆ ਮੇਰੇ ਕੋਲ ਇਸ ਮੂਵਮੈਂਟ ਤੇ ਸਾਡੇ ਵਾਲੀ ਮੈਗਨੇਟ ਦਾ ਨਾਰਥ ਆ, ਸਾਡੇ ਵਾਲੀ ਮੈਗਨੇਟ ਦਾ ਨਾਰਥ ਆ, ਤੇ ਇਹਦਾ ਮਤਲਬ ਇਹਦੇ ਇਸ ਸਾਈਡ ਦੇ ਉੱਤੇ ਅਰਥ ਦੀ ਮੈਗਨੇਟ ਦਾ ਸਾਊਥ ਪੋਲ ਆ। ਠੀਕ ਹੈ, ਤੇ ਜਿੱਧਰ ਨੂੰ ਆ ਸਾਡੇ ਸਾਊਥ ਪੋਲ ਆ ਹਨਾ, ਇਸ ਸਾਈਡ ਨੂੰ ਜੇ ਸਾਡੇ ਵਾਲੀ ਮੈਗਨੇਟ ਦਾ ਆ ਨਾਰਥ ਸੀਗਾ, ਜਿਹੜੀ ਆ ਆਪਾਂ ਪੈਨ ਨਾਲ ਜਿਹਨੂੰ ਦਿਖਾਣੇ ਪਏ ਮੈਗਨੇਟ, ਇਹਦੇ ਪੋਲ ਦੇ ਪੈਰ ਚ ਕੁਝ ਨਹੀਂ ਲਿਖਾਂਗਾ। ਠੀਕ ਹੈ, ਤੇ ਜਿਹੜਾ ਅਰਥ ਦੀ ਮੈਗਨੈਟਿਕ ਪੋਲ ਆ ਉਹਨੂੰ SM ਸਿੰਬਲ ਦੇਣਾ ਪਿਆ। ਤੇ ਜਿੱਧਰ ਨੂੰ ਤੁਹਾਡੇ ਵਾਲੀ ਮੈਗਨੇਟ ਦਾ ਸਾਊਥ ਰੁਕਦਾ ਵਾ, ਇਧਰ ਨੂੰ ਅਰਥ ਵਾਲੀ ਮੈਗਨੇਟ ਦਾ कहना जी नॉर्थ पोल आ। ਇਹਦਾ ਮਤਲਬ ਜਿਹੜੀ ਅਰਥ ਮੈਗਨੇਟ ਦੀ ਤਰ੍ਹਾਂ ਬਿਹੇਵ ਕਰੇਗੀ, ਜਿਹੜੀ ਅਰਥ ਮੈਗਨੇਟ ਦੀ ਤਰ੍ਹਾਂ ਬਿਹੇਵ ਕਰੇਗੀ, ਇਹਦੇ ਮੈਗਨੈਟਿਕ ਪੋਲ ਹਮੇਸ਼ਾ ਸਾਡੇ ਕੋਲ ਜਿਹੜੇ ਨੇ, ਠੀਕ ਹੈ, ਇਹਦੇ ਮੈਗਨੈਟਿਕ ਪੋਲ ਜਿਹੜੇ ਹਮੇਸ਼ਾ ਸਾਡੇ ਕੋਲ ਹਮੇਸ਼ਾ ਜਿਓਗ੍ਰਾਫਿਕ ਪੋਲ ਤੋਂ ਕੁਝ ਐਂਗਲ ਤੇ ਰੁਕਦੇ ਆ। ਮਤਲਬ ਆ ਜਿਹੜੀ ਲਾਈਨ ਲੈ ਕੇ ਚੱਲਾਂ, ਆ ਇੱਕ ਲਾਈਨ ਡਰਾ ਕਰਦਾ ਪਿਆ, ਆ ਇੱਕ ਲਾਈਨ ਡਰਾ ਕਰਦਾ ਪਿਆ ਜਿਹੜੀ ਐਸ ਸੱਚ ਅਰਥ ਦੇ ਮੈਗਨੈਟਿਕ ਪੋਲ ਚੋਂ ਪਾਸ ਕਰਦੀ ਪਈ, ਜਿਹੜੀ ਅਰਥ ਦੇ ਮੈਗਨੈਟਿਕ ਪੋਲ ਚੋਂ ਪਾਸ ਕਰਦੀ ਪਈ, ਔਰ ਆਹ ਲਾਈਨ ਜਿਹੜੀ ਸਾਡੀ ਐਸ ਸੱਚ ਜਿਓਗ੍ਰਾਫਿਕ ਨਾਰਥ ਸਾਊਥ ਦੀ ਲਾਈਨ ਚੋਂ ਪਾਸ ਕਰਦੀ ਪਈ। ਤੇ ਅਸੀਂ ਇਹ ਮੰਨਦੇ ਕਿ ਵੀ ਇਹਨਾਂ ਦੋਨਾਂ ਲਾਈਨਸ ਦੇ ਵਿੱਚ ਹਮੇਸ਼ਾ ਸਾਡੇ ਕੋਲ ਜਿਹੜਾ ਵਾ ਅਰਥ ਦੀ ਡਿਫਰੈਂਟ ਲੋਕੇਸ਼ਨਸ ਤੇ ਡਿਫਰੈਂਟ ਐਂਗਲ ਆ। ਨਾਰਮਲੀ ਇਸ ਐਂਗਲ ਦੀ ਵੈਲਿਊ ਅਸੀਂ ਲੈ ਕੇ ਚੱਲਦੇ ਕਿ ਵੀ ਇਹ ਐਸ ਸੱਚ 11.2 ਡਿਗਰੀ ਐਂਗਲ ਆ। मतलब जिथे साडा जियोग्राफिक नॉर्थ पोल आ अर्थ दी जेरी लोकेशन ते जिथे साडी मैगनेट दा नॉर्थ पोल आ, अर्थ दी मैगनेट दा नॉर्थ पोल आ है ना, ते साउथ पोल आ, इन्हां दोनां दे विच हमेशा आपस दे विच कुछ एंगल दा डिफरेंस आ। इन्नी गल समझ आई? यस सर। तो उन्हें को इसे लाइन नु लेके अगे अपनी गल कंटिन्यू कीती आ। एंगल बिटवीन जियोग्राफिक एक्सिस, एंगल बिटवीन जियोग्राफिक एक्सिस एंड मैग्नेटिक एक्सिस। ਆਪਾਂ एक्सिस ਕਿਨੂੰ ਕਹੀਏ? एक्सिस ਕਵਾਂਗੇ ਲਾਈਨ ਜੁਆਇਨਿੰਗ ਦਾ ਕਹਿੰਦਾ ਜੀ ਜਿਓਗ੍ਰਾਫਿਕ एक्सिस, ਜਿਓਗ੍ਰਾਫਿਕ ਪੋਲ ਐਂਡ ਲਾਈਨ ਜੁਆਇਨਿੰਗ ਦਾ ਮੈਗਨੈਟਿਕ ਪੋਲ। ਮੈਗਨੇਟ ਦੇ ਪੋਲ ਨੂੰ ਜੁਆਇਨ ਕਰਨ ਵਾਲੀ ਲਾਈਨ ਨੂੰ ਮੈਗਨੈਟਿਕ एक्सिस ਕਹਿ ਦੋ, ਠੀਕ ਹੈ, ਜਿਓਗ੍ਰਾਫਿਕ ਪੋਲ ਨੂੰ ਜੁਆਇਨ ਕਰਨ ਵਾਲੀ ਲਾਈਨ ਨੂੰ ਜਿਓਗ੍ਰਾਫਿਕ एक्सिस ਕਹਿ ਦਈਏ। ਉਹ ਕਹਿੰਦਾ ਫਿਰ ਇਹਨਾਂ एक्सिस ਦੇ ਅਕ੍ਰੋਸ ਜਿੰਨਾ ਐਂਗਲ ਬਣਦਾ, ਇਹਨਾਂ एक्सिस ਦੇ ਅਕ੍ਰੋਸ ਜਿੰਨਾ ਐਂਗਲ ਬਣਦਾ, ਇਹਨੂੰ ਅਸੀਂ ਨਾਮ ਦੇ ਦਿੰਦੇ This one is to be called as a magnetic declination.
मैग्नेटिक डेक्लिनेशन अर्थ दी किसी भी लोकेशन ते कितना वा, मैग्नेटिक इनक्लिनेशन अर्थ दी डिफरेंट लोकेशंस ते कितना वा, अर्थ दे मैग्नेटिक फील्ड दा किसी भी प्लेस ते हॉरिजॉन्टल कंपोनेंट कितना वा। ये कुछ एक टर्म्स ने ਜਿਹੜੀਆਂ अर्थ दे मैग्नेटिक मैप्स ਨੂੰ ड्रॉ ਕਰਨ ਲੱਗੇ ਸਾਨੂੰ ਜ਼ਰੂਰੀ ਚਾਹੀਦੀਆਂ। मैं लाइन फिर रिपीट कर रहा, मैं अगे भी एक एग्जांपल एक दिन दसी सी, उसे गल ਨੂੰ ਆਪਾਂ ਦੁਬਾਰਾ ਕੰਟੀਨਿਊ ਕਰ ਰਹੇ कि जे कपूरथलेओ ਅਸੀਂ मान लो दिल्ली जाना होवे है ना, ਤੇ ਇੱਕ रोड बाय रोड जाना होवे ਤੇ ਸਾਡੇ ਕੋਲ रोड ਬਣੀ ਆ, ਸਾਨੂੰ ਪਤਾ ਕਿ ਵੀ ਆਹ रोड ਤੇ ਮੈਂ ਚੱਲਦਾ ਜਾਵਾਂ ਤੇ ਮੈਂ ਦਿੱਲੀ ਪਹੁੰਚ ਜਾਵਾਂਗਾ, ठीक है। पर जो ਅਸੀਂ बाय एयर जाना होवे या बाय शिप जाना होवे ਤੇ ਉੱਥੇ ਤਾਂ ਪੁੱਤ ਕੋਈ रोड ही है नहीं। कहना जी हाउ दा, कहना जी इन दैट केस कहना जी दोज शिप और द एयरप्लेन आर टू बी मूव, ਤੇ ਉਦੋਂ ਫਿਰ ਅਸੀਂ ਇਹ ਡਿਫਾਈਨ ਕਰਦੇ ਕਿ ਵੀ ਦੇ ਆਰ ਮੂਵਿੰਗ ਔਨ ਦਾ ਬੇਸਿਸ ਆਫ ਕੰਪਸ ਨੀਡਲ। ਉਹਨਾਂ ਦੇ ਮੂਵ ਕਰਨ ਦਾ ਜਿਹੜਾ ਮੇਨ ਸੋਰਸ ਆ, ਉਹਨਾਂ ਦੇ ਮੂਵ ਕਰਨ ਦਾ ਜਿਹੜਾ ਮੇਨ ਸੋਰਸ ਆ ਉਹ ਕੰਪਸ ਨੀਡਲ ਆ, ਤੇ ਕੰਪਸ ਨੀਡਲ ਅਰਥ ਦੇ ਮੈਗਨੈਟਿਕ ਫੀਲਡ ਨੂੰ ਲੋਕੇਟ ਕਰਦੀ ਆ। ਕੰਪਸ ਨੀਡਲ ਅਰਥ ਦੇ ਮੈਗਨੈਟਿਕ ਪੋਲਸ ਨੂੰ ਲੋਕੇਟ ਕਰਦੀ ਆ। ਅਰਥ ਦੇ ਮੈਗਨੈਟਿਕ ਪੋਲ ਕਿਹੜਾ ਕਿੱਥੇ ਆ, ਉਹਦੇ ਅਕੋਰਡਿੰਗਲੀ ਅਸੀਂ ਐਸ ਸੱਚ ਹਰ ਦੁਨੀਆ ਦੇ ਹਰ ਪਲੇਸ ਦੀ, ठीक है, लोकेशन स्पेसिफाई की है। मैं जो लाइन बोल रहा गल समझे ध्यान ना, जे मैं ये कहां कि कोई एज सच शहर जेड़ा वा वो आ ज्योग्राफिक लाइन दे उत्ते इत्थे हैगा वा, ठीक है, ते मैं बाय एयर इत्थे जाना होवे ते मैं एग्जैक्टली बाय एयर जदों चलूंगा ते इहने मैनू एज सच आ प्लेस दिखालन दी थां ते बाय एयर, ठीक है, उन्हें मैनू आ प्लेस ते लेके जाना, क्योंकि मेरी कंपस नीडल जिहड़ी आ वो एज सच अर्थ दे मैग्नेटिक पोल दे हिसाब नाल चलदी। ਇਹਦਾ मतलब मैनू हर प्लेस ते पता होवे, हर प्लेस ते पता होवे इस पोजीशन ते अर्थ दी एंगल ऑफ डेक्लिनेशन कितना, इस पोजीशन ते अर्थ दा एंगल ऑफ इनक्लिनेशन कितना, और इस पोजीशन ते कहंदा जी अर्थ दे मैग्नेटिक फील्ड दा हॉरिजॉन्टल या वर्टिकल कंपोनेंट कितना। इन्हां सारियां चीज़ां नूं लैके, इन्हां सारियां चीज़ां नूं लैके असीं अर्थ दे मैग्नेटिक मैप बिल्डअप करदे हां। एक साडे ऑर्डनरी मैप हो गए, एक साडे जनरल मैप हो गए जिहड़े ज्योग्राफिक डायरेक्शंस दे अकॉर्डिंगली बनदे आ, ते एक साडे मैग्नेटिक मैप बनदे आ। मैग्नेटिक मैप्स दी लोड़ सानू हमेशा पैगी, ठीक है जी, जदों असीं बाय एयर मूव करदे पए, इहदा मतलब उहनां नूं मूव करन लगे मैग्नेटिक मैप दे उत्ते आ चीज़ दी लोकेशन पता, ठीक है। मैग्नेटिक मैप्स दे उत्ते ये चीज़ जिहड़ी आ किन्ने डिग्री लैटीट्यूड ते आनी आ, किन्ने डिग्री लॉन्गीट्यूड ते आनी आ, ये चीज़ां असीं मैग्नेटिक मैप ते ड्रॉ करदे, ਤੇ ਫਿਰ ਉਹਦੇ ਅਕੋਰਡਿੰਗਲੀ ਹੀ ਅਸੀਂ ਮੂਵ ਕਰਦੇ ਕਿ ਵੀ 300 ਕਿਲੋਮੀਟਰ ਮੈਂ ਜਿਹੜਾ ਵਾ 10 ਡਿਗਰੀ ਨਾਰਥ ਵੱਲ ਜਾਣਾ ਤੇ 12 ਡਿਗਰੀ ਮੈਂ ਫਿਰ 400 ਕਿਲੋਮੀਟਰ ਸਾਊਥ ਵੱਲ ਜਾਣਾ। ਇਹਦਾ ਮਤਲਬ ਸਾਰੀਆਂ ਡਾਇਰੈਕਸ਼ਨਸ ਜਿਹੜੀਆਂ ਨੇ ਦੇ ਆਰ ਲੋਕੇਟਡ ਔਨ ਦਾ ਮੈਗਨੈਟਿਕ ਮੈਪਸ। ਤੇ ਮੈਗਨੈਟਿਕ ਮੈਪ ਨੂੰ ਬਣਾਉਣ ਲੱਗੇ, ਮੈਗਨੈਟਿਕ ਮੈਪਸ ਨੂੰ ਡਰਾ ਕਰਨ ਲੱਗੇ, ਅਸੀਂ ਤਿੰਨ ਮੇਨ ਐਲੀਮੈਂਟਸ ਨੇ, ਮਤਲਬ ਤਿੰਨ ਮੇਨ ਕੰਪੋਨੈਂਟਸ ਨੇ ਜਿਹੜੇ ਅਰਥ ਦੇ ਮੈਗਨੈਟਿਕ ਫੀਲਡ ਦੇ ਮੇਜਰ ਕਰਦੇ ਆ अर्थ की हर लोकेशन के अकॉर्डिंगली। उन्होंने ਅਸੀਂ नाम देने, ਉਹਨਾਂ ਚ ਇੱਕ ਸਾਡੇ ਕੋਲ ਆ ਜਾਂਦਾ एंगल ऑफ डेक्लिनेशन, एक आएगा एंगल ऑफ डेक्लिनेशन, एक साइड को आ जाता है एंगल ऑफ इंक्लिनेशन, या ਇਹਦਾ ਦੂਜਾ ਨਾਮ ਆਉਂਦਾ एंगल ऑफ डिप, ਇਹਨੂੰ एंगल ऑफ डिप ਕਹਿੰਦੇ ਆ। ਤੇ ਥਰਡ ਸਾਈਡ ਕੋਲ ਆ ਜਾਂਦਾ ਜਿਹਨੂੰ ਅਸੀਂ ਨਾਮ ਦਿੰਦੇ ਆ हॉरिजॉन्टल कंपोनेंट ऑफ, हॉरिजॉन्टल कंपोनेंट ऑफ अर्थ मैग्नेटिक फील्ड। यानी अर्थ दी किसी भी लोकेशन दे उत्ते असी इन्हां तीन चीज़ां दी हेल्प दे नाल उस प्लेस नूं आइडेंटिफाई करदे हां। बेटा क्या इन्नी गल पहले समझ लगी? यस सर। यस सर। यस। इन्ना सारे नूं समझ लग रहा बच्चे? करा कंटिन्यू? यस यस। ਇਹਦੇ ਵਿੱਚ ਪਹਿਲੀ ਟਰਮ ਹੈ ਜਿਹਨੂੰ ਅਸੀਂ ਨਾਮ ਦਿੰਦੇ ਪਏ ਐਂਗਲ ਆਫ ਡੈਕਲੀਨੇਸ਼ਨ। ਐਂਗਲ ਆਫ ਡੈਕਲੀਨੇਸ਼ਨ ਕਿਹਨੂੰ ਕਹੀਏ? ਉਹ ਕਹਿੰਦਾ ਜੀ ਇਟ ਇਜ਼ ਦਾ ਐਂਗਲ ਬਿਟਵੀਨ ਦਾ ਮੈਗਨੈਟਿਕ ਐਕਸਿਸ ਐਂਡ ਜਿਓਗ੍ਰਾਫਿਕ ਐਕਸਿਸ। यानी ਜਿਹੜਾ ਆਪਣਾ ਜਿਓਗ੍ਰਾਫਿਕ ਤੇ ਮੈਗਨੈਟਿਕ ਐਕਸਿਸ ਦੇ ਵਿੱਚ ਯਾਨੀ ਦੋ ਲਾਈਨਾਂ ਦੇ ਵਿੱਚ ਜਿਹੜਾ ਐਂਗਲ ਬਣਦਾ ਪਿਆ, ਇਸ ਐਂਗਲ ਨੂੰ ਅਸੀਂ ਨਾਮ ਦੇ ਦਿੰਦੇ ਇਹ ਐਂਗਲ ਆਫ ਡੈਕਲੀਨੇਸ਼ਨ। ਔਰ ਸੇਮ ਐਂਗਲ ਨੂੰ ਇੱਕ ਹੋਰ ਥਾਂ ਤੋਂ ਵੀ ਡਿਫਾਈਨ ਕਰਦੇ ਹਾਂ ਅਸੀਂ, ਔਰ ਉਹ ਸੈਕਿੰਡ ਵਰਡ ਕੀ ਹੋਏਗਾ? it is the angle between geographic meridian and magnetic meridian। ਹੁਣ वर्ड एक ਆਪਾਂ ऐड ਕੀਤਾ meridian, ਕਹਿੰਦਾ ਜੀ meridian वर्ड ਆਪਾਂ ਕਿਹਦੇ ਲਈ ਡਿਫਾਈਨ ਕਰੀਏ? ਤੇ ਬੇਸਿਕਲੀ meridian वर्ड ਇੱਕ प्लेन ਨੂੰ ਕਿਹਾ ਜਾਏਗਾ।
ਆ ਪੁੱਤ ਐਂਗਲ ਜਿਹੜਾ ਇੱਥੇ ਬੋਲਿਆ ਇਹ ਲਾਈਨਾਂ 'ਚ ਆ, ਠੀਕ ਹੈ, ਯਾਨੀ ਇਹਨੂੰ ਆਪਾਂ ਐਸਾ 'ਚ ਦੋ ਲਾਈਨਸ ਦੇ ਵਿੱਚ ਐਂਗਲ ਕਹਿ ਰਹੇ ਹਾਂ। ਤੇ ਜੇ ਦੋ ਲਾਈਨਾਂ ਦੀ ਥਾਂ ਤੇ ਦੋ ਪਲੇਨ 'ਚ ਐਂਗਲ ਬਣਾਵਾਂ, ठीक है, दो प्लेन आ गए, एक एक्स वाई प्लेन आ गया, एक एक्स जेड प्लेन आ गया, दो डिफरेंट प्लेन लेके जे दो डिफरेंट प्लेन च एंगल बनाइए ते उन्हां प्लेन्स नूं असीं मैग्नेटिक मेरिडियन ते ज्योग्राफिक मेरिडियन कहने हैं। इस बेस ते जे मैं इसे चीज नूं दस्सण वास्ते अजो दसदा पिया, आपां इहदी फिगर दोबारा ड्रॉ करिए। जिद्दां आ मान लो मेरे कोल कोई कॉपी है बेटा, जे मैं इस कॉपी नूं लैके आ कहां कि भी आ इहदा जिहड़ा आ वाला थल्ले दिखदा पिया आ इहदा मैग्नेटिक एक्सिस आ, ठीक है, आ लाइन मैग्नेटिक एक्सिस आ ते आ पिछला पेज जिहड़ा खोलदा पिया, ठीक है, आ इहदा पिछला पार्ट जिहड़ा खोलदा पिया इहदे थल्ले वाली जिहड़ी लाइन होएगी, जे मैं आ लाइन नूं लैके कहां आ लाइन मेरी ज्योग्राफिक एक्सिस आ। एक सेकंड, आ मेरे को जिहड़ी दो लाइनां आ गईयां कि आ मेरी मैग्नेटिक एक्सिस दी लाइन होगी ते आ मेरे ज्योग्राफिक एक्सिस होगी, भावें उपरों कह दो आ मैग्नेटिक एक्सिस दी या ज्योग्राफिक एक्सिस दी। इन्हां दो लाइनां दे विच जिहड़ा एंगल आ है ना, इहनूं असीं कहने एंगल ऑफ डेक्लिनेशन आ। ते जे मैं आ कहां आ लाइन नूं लैके मैं आ एक वर्टिकल प्लेन सपोज कर लवां, यानी आ कापी दा पेज जिहड़ा आ पूरे दा पूरा शीट जिहड़ी आ ये मेरा एक प्लेन बन जावे। इस प्लेन दे विच आ मैग्नेटिक एक्सिस लाई करदा, इस प्लेन वर्टिकल प्लेन नूं मैं मैग्नेटिक मेरिडियन कहदा। आ जिहड़ा मेरा ज्योग्राफिक एक्सिस हैगा ये ज्योग्राफिक एक्सिस लैके आ पूरे दा पूरा जिहड़ा प्लेन बन गया ये मेरा ऐसा ज्योग्राफिक मेरिडियन आ जाए, ठीक है, एक मेरा मैग्नेटिक मेरिडियन बन गया आ प्लेन, ठीक है, एक मेरा ज्योग्राफिक मेरिडियन बन गया। इन्हां दो प्लेन दे विच हर थां ते जिहड़ा एंगल बनदा जाएगा, इन्हां दो प्लेन च हर थां ते जिहड़ा एंगल होएगा उस एंगल नूं भी असीं नाम दे दिंदे एंगल ऑफ डेक्लिनेशन। क्या इन्नी गल समझ लगी? Yes, sir. Yes, sir. Yes, sir. आ कॉपी लेके यही आप एक फिगर इथे इदा बनाने कि जे आ मान लो मेरा ऐसा च मैग्नेटिक एक्सिस हैगा, ठीक है, और आपने पता मैग्नेटिक एक्सिस ते ज्योग्राफिक एक्सिस आपस में एंगल ते टिल्ट है ना, आप सेम चीज इदा दिखा देने कि भी आ मान लो मेरे को दो एक्सिस आ मान लो मेरे को दो एक्सिस आ मेरा मैग्नेटिक एक्सिस आ गया, आ मेरा ज्योग्राफिक एक्सिस दी लाइन, मतलब आ लाइन इदा ही एक्सटेंडेड आ लाइन इदा एक्सटेंडेड ते इन्हां दो एक्सिस दे इन बिटवीन जिहड़ा एंगल आ इहनूं असीं एंगल ऑफ डेक्लिनेशन किया वा। ते जे मैं ऐसा इस AB लाइन नूं लैके इथे एक वर्टिकल प्लेन डेवलप कर लवां, थोड़ा जिहा ते कर रहे इहनूं लैके एक वर्टिकल प्लेन आपां इथे ड्रॉ कर दईए वाला, ठीक है, ते दूजे पासे एसएच जिहड़ी आ मेरे कोल एसएच कहना जी लाइन आई आ मेरा प्लेन जिहड़ा बन गया ABCD, इहनूं आपां नाम दे दिंदे कि भी ये मेरा मैग्नेटिक मेरिडियन बन गया क्योंकि इच मैग्नेटिक एक्सिस लाई करदा और इहदे तो थीटा एंगल ते ज्योग्राफिक एक्सिस आ, ठीक है। ते जे इदां ही मैं इथों एक प्लेन सपोज कर लवां आ लाइनां नूं जॉइन करके इन्हां लाइनां नूं जॉइन करके जे इथे एक आ प्लेन सपोज कर लवां जिहदा आ पॉइंट मेरे कोल C' कह दियो, आ पॉइंट मेरे कोल एसएच मेरा A' आ जे ते A' B C ते C' A' B C ते C' ये भी एक प्लेन बन गया बेटा। Yes, sir. Yes, sir. ਇਹਦਾ ਮਤਲਬ ਜਿਹੜਾ ਆ ਮੇਰੇ ਕੋਲ ਡਾਟਡ ਪਲੇਨ ਬਣ ਕੇ ਆਇਆ, ਆ ਜਿਹੜਾ ਡਾਟਡ ਪਲੇਨ ਬਣ ਕੇ ਆਇਆ ਇਸ ਪਲੇਨ ਨੂੰ ਅਸੀਂ ਨਾਮ ਦੇਣਾ ਹੋਵੇ ਇਹ ਚ ਅਸੀਂ ਕਹਿੰਦੇ A' ਮੇਰਾ ज्योग्राफिक एक्सिस ਆ, ज्योग्राफिक एक्सिस ने ਜਿਹੜਾ ਪਲੇਨ ਬਣਾਇਆ ज्योग्राफिक मेरिडियन आ गया, मैग्नेटिक एक्सिस ने ਜਿਹੜਾ ਪਲੇਨ ਬਣਾਇਆ मैग्नेटिक मेरिडियन आ गया ਤੇ ਇਹਨਾਂ ਦੋ ਪਲੇਨ ਦੇ ਵਿੱਚ ਜਿਹੜਾ ਐਂਗਲ ਬਣਦਾ ਪਿਆ that angle is called as the angle of a declination। क्या इन्नी गल समझ लगी? Yes, sir. Yes, sir. Yes, sir. चलो ਹੁਣ ਆਪਾਂ ਇਸੇ ਗੱਲ ਨੂੰ ਹਜੇ ਕੰਟੀਨਿਊ ਕਰਾਂਗੇ। ਸੈਕਿੰਡ ਟਰਮ ਹੈਗੀ ਜਿਹਨੂੰ ਨਾਮ ਦਿੰਦੇ ਐਂਗਲ ਆਫ ਇਨਕਲੀਨੇਸ਼ਨ ਜਾਂ ਐਂਗਲ ਆਫ ਡਿਪ। ਉਹ ਕਹਿੰਦਾ ਜੀ ਐਂਗਲ ਆਫ ਡਿਪ ਕਿਹਨੂੰ ਕਹਾਂ ਜਾਂ ਐਂਗਲ ਆਫ ਇਨਕਲੀਨੇਸ਼ਨ ਕਿਹਨੂੰ ਕਹਾਂ, ਕਹਿੰਦਾ ਜੀ ਇਟ ਇਜ਼ ਦਾ ਐਂਗਲ which the resultant magnetic field of earth makes with the horizontal line in magnetic meridian। यानी जे मैं आही फिर फिगर आप दोबारा सोचिए आ मेरे दो प्लेन सीगे, ठीक है, आ मेरे दो एसएच प्लेन सीगे, आ मेरा मैग्नेटिक मेरिडियन आ ते जे एक कंपास नीडल मैं फ्री मूव करावां ते कंपास नीडल इस मैग्नेटिक मेरिडियन दे अंदर
ठीक है कंपास नीडल इस मैग्नेटिक मरीडियन के अंदर इतने कुछ एंगल ते आके इधर रुक जाए ठीक है आ मेरा मैग्नेटिक मरीडियन है पूरे का पूरा और आ मेरी कंपास नीडल इस मैग्नेटिक मरीडियन दे विच कुछ एंगल ते रुकदी पई है ते इस मैग्नेटिक फील्ड दी लाइन ने अर्थ दी आ जिहड़ी मेरे कोल हॉरिजॉन्टल लाइन आ ये मैग्नेटिक मरीडियन आ गया पूरे का पूरा प्लेन ते इस प्लेन दी आ हॉरिजॉन्टल जिहड़ी लाइन आ इस हॉरिजॉन्टल लाइन दे नाल इस नीडल ने कितना एंगल इस थां ते बनाया यानी आ पॉइंट ते मेरा कितना एंगल बनदा पे इस थां ते इस एंगल ਨੂੰ ਅਸੀਂ ਨਾਮ ਦੇ ਦਿੰਦੇ ਨੇ दैट इज कॉल्ड द एंगल ऑफ डिप क्या इतनी गल समझ आई ਹੁਣ ਆਪਾਂ ਇਸ ਫਿਗਰ ਚ ਆਈਏ ਤੇ ਆਪਾਂ ਆ ਕਹਿ ਰਹੇ ਆਪਣਾ A B C D ਜਿਹੜਾ ਸੋਲਿਡ ਲਾਈਨਾਂ ਬਣਾਇਆ ਇਹ ਮੈਗਨੈਟਿਕ ਮਰੀਡੀਅਨ ਆ ਇਸ ਮੈਗਨੈਟਿਕ ਮਰੀਡੀਅਨ ਦੇ ਅੰਦਰ ਨੀਡਲ ਆ ਡਾਇਰੈਕਸ਼ਨ ਦੇ ਅੰਦਰ ਆ ਕੇ ਮੇਰੀ ਰੁਕਦੀ ਪਈ ਆ ठीक है नीडल मेरी इस डायरेक्शन के अंदर आके रुकदी पई ते ओदे मैग्नेटिक फील्ड ਨੂੰ ਅਸੀਂ R ਨਾਲ ਲਿਖਦੇ ਪਏ इस इंस्टेंट ते मैग्नेटिक मरीडियन दी हॉरिजॉन्टल लाइन दे नाल इस रिजल्टेंट मैग्नेटिक नीडल ने जिन्ना एंगल बनाया ठीक है जिन्ना इस पोजीशन तो ने एंगल बनाया इस एंगल ਨੂੰ ਅਸੀਂ ਨਾਮ ਜਿਹੜਾ ਵਾ ਉਹ ਡੈਲਟਾ ਦੇ ਦਿੰਦੇ एंड दिस एंगल इज कॉल्ड द एंगल ऑफ डिप ਹੁਣ ਇਹਦੀ ਡੈਫੀਨੇਸ਼ਨ ਬੋਲ ਰਿਹਾ एंगल ऑफ डिप ਕਿਹਨੂੰ ਕਹੀਏ इट इज द एंगल which the resultant magnetic field of earth makes with the horizontal line in the magnetic meridian magnetic meridian ਦੇ ਅੰਦਰ horizontal line ਦੇ ਨਾਲ ਨੀਡਲ ਜਿੰਨਾ ਐਂਗਲ ਬਣਾਏਗੀ ਉਸ ਐਂਗਲ ਨੂੰ ਅਸੀਂ ਐਂਗਲ ਆਫ ਡਿਪ ਕਹਿੰਦੇ ਆ क्या ਇੰਨੀ ਗੱਲ ਸਮਝ ਆਈ रिपीट करियो सर उत जेड़ा मैग्नेटिक मरीडियन आ मैग्नेटिक मरीडियन दी सीधी हॉरिजॉन्टल लाइन आ इस मरीडियन दे अंदर इस प्लेन दे अंदर नीडल डेल्टा एंगल ते रुक गई नीडल जदों मेरी फाइनली रेस्ट विच आई किसी अर्थ दे प्लेस दे उत्ते ठीक है जी वो इस डायरेक्शन च आके रुकी आ ते जिस डायरेक्शन च मैग्नेटिक नीडल रुकदी पई आ ये इस हॉरिजॉन्टल लाइन दे नाल जिन्ना एंगल बनाएगा और हॉरिजॉन्टल लाइन केड़ी लेनी ਜਿਹੜੀ ਮੈਗਨੈਟਿਕ ਮਰੀਡੀਅਨ ਚ ਲਾਈ ਕਰਦੀ ਉਹਦੇ ਨਾਲ ਇਹਨੇ ਜਿੰਨਾ ਐਂਗਲ ਬਣਾਇਆ ਉਸ ਐਂਗਲ ਨੂੰ ਅਸੀਂ ਐਂਗਲ ਆਫ ਡਿਪ ਕਹਿੰਦੇ ਆ ਸਮਝ ਲੱਗੀ ਗੱਲ ਦੀ Yes, sir. यस सर ਹੁਣ ਇਸ ਨੂੰ ਜੇ ਮੈਂ ਸਪਲਿਟ ਕਰ ਦਵਾਂ ਜੇ ਰਿਜ਼ਲਟੈਂਟ ਮੈਗਨੈਟਿਕ ਫੀਲਡ ਨੂੰ ਸਪਲਿਟ ਕਰ ਦਈਏ ਇਹਦਾ ਇੱਕ ਕੰਪੋਨੈਂਟ ਆ ਲਾਈਨ ਦੇ ਲੌਂਗ ਆ ਜਾਣਾ ਤੇ ਇੱਕ ਕੰਪੋਨੈਂਟ ਇਹਦਾ ਆ ਲਾਈਨ ਦੇ ਲੌਂਗ ਆ ਜਾਣਾ ਤੇ ਜਿਹੜੀ ਇਸ ਸਾਈਡ ਨੂੰ ਲਾਈਨ ਆਏਗੀ ਇਹਨੂੰ ਕਹਿੰਦੇ ਵਰਟੀਕਲ ਕੰਪੋਨੈਂਟ ਜਿਹੜਾ ਇਸ ਡਾਇਰੈਕਸ਼ਨ 'ਚ ਇਹਦਾ ਕੰਪੋਨੈਂਟ ਆਏਗਾ ਇਹਨੂੰ ਕਹਿੰਦੇ ਨੇ ਹੌਰੀਜ਼ੌਨਟਲ ਕੰਪੋਨੈਂਟ ਗੱਲ ਸਮਝ ਆ ਗਈ यस सर ਤੇ Yes, sir. इस साइड ਨੂੰ ਇਹਦਾ cos वाला कंपोनेंट आ जाएगा और इस साइड ਨੂੰ ਇਹਦਾ sin कंपोनेंट आ जाएगा आ गल क्लियर है जी ये Yes, sir. r ਨੂੰ ਆਪਾਂ यस सर यस सर एंगल ऑफ द cos कंपोनेंट आना दूसरे पासे sin आ जाऊ क्लियर है यस सर ਤੇ ਜੇ ਹੁਣ ਆਪਾਂ ਇੱਥੇ ਇਹੀ ਦੋਨੋਂ ਕੰਪੋਨੈਂਟ ਲਿਖ ਦਈਏ h r cos delta ਇਹਨੂੰ ਅਸੀਂ ਕਹਿੰਦੇ ਨੇ ਇਹ ਅਰਥ ਦੇ ਮੈਗਨੈਟਿਕ ਫੀਲਡ ਦਾ ਹੌਰੀਜ਼ੌਨਟਲ ਕੰਪੋਨੈਂਟ ਔਰ ਦੂਜੀ ਇਕੁਏਸ਼ਨ ਆ ਗਈ v r sin delta ठीक है यानी अपने हॉरिजॉन्टल ते वर्टिकल कंपोनेंट दो आ जुगे अर्थ दे मैग्नेटिक फील्ड दे ठीक है ते जे मैं दोनों नु स्केयरिंग एंड एडिंग कर दवा इना दी स्केयरिंग एंड एडिंग करदा h² + v² इक्वल टू आ जाएगा r² * sin² डेल्टा प्लस cos² डेल्टा ते sin² + cos² 1 बन जाना ते रिजल्टेंट मैग्नेटिक फील्ड दी वैल्यू आ जाएगी r² = v² + h² ते r आ जाएगा √of v² + h²। क्या आ गल समझ आई Yes, sir. इना क्लियर है जी यस सर चलो हुन जे यही दोनों इक्वेशन आपा डिवाइड करा लिए ते डिवाइड कर देना ते ਇਹਦੇ अंदर sh v/h डिवाइड कर लिए ते ਇਹਨੂੰ ਪੁੱਤ डिवाइड करके r ना r कटिया जाना ते sin by cos tan आ जू ਇਹਦਾ मतलब मेरे को sh tan delta ਦੀ ਵੈਲਿਊ v/h ਆ ਜੂ क्या आ चीज क्लियर है Yes, sir. Yes, sir. ना मतलब जे मैं एंगल ऑफ डिप ਕੱਢਣਾ ਕਿਸੇ ਨੂਮੈਰੀਕਲ ਚ ਮੈਨੂੰ ਉੱਥੇ ਹੌਰੀਜ਼ੌਨਟਲ ਵਰਟੀਕਲ ਕੰਪੋਨੈਂਟ ਗਿਵਨ ਹੋਣ ਠੀਕ ਹੈ ਜੀ ਤੇ ਅਸੀਂ ਉਹਦੀ ਰੇਸ਼ੋ ਨਾਲ ਉਹਦਾ ਐਂਗਲ ਆਫ ਡਿਪ ਕੱਢ ਦਾਂਗੇ ਕੀ ਗੱਲ ਸਮਝ ਆਈ Yes, sir.
ਚਲੋ ਲਾਸਟ ਵਰਡ ਐਡ ਕਰਨ ਲੱਗਿਆ, ਗੱਲ ਸੁਣਿਓ ਧਿਆਨ ਨਾਲ। ਬੁੱਕ ਦੇ ਵਿੱਚੋਂ ਇਹ ਟੌਪਿਕ ਪੜ੍ਹਨਾ ਸਾਰਿਆਂ ਨੇ, ਠੀਕ ਹੈ। ਜਦੋਂ ਇਹ ਟੌਪਿਕ ਪੜੋਗੇ, ਠੀਕ ਹੈ, ਇਸ ਤੋਂ ਬਾਅਦ ਜਿੱਥੇ ਮੈਂ ਰੋਕ ਰਿਹਾ ਇਸ ਵੇਲੇ, ਇਸ ਤੋਂ ਬਾਅਦ ਉਹਦੇ ਚ ਦਿੱਤੇ 3 ਤੋਂ 4 ਪੁਆਇੰਟਸ, ਮੋਰ ਅਬਾਊਟ ਐਂਗਲ ਆਫ ਡਿਪ, ਠੀਕ ਹੈ। ਜੇ ਡੈਲਟਾ 0 ਆ, ਜੇ ਡੈਲਟਾ 90 ਆ, ਠੀਕ ਹੈ ਜੀ। ਤੇ ਜੇ ਅਸੀਂ ਉਹਦੇ ਚ ਥਰਡ ਇੱਕ ਕੇਸ ਦਿੱਤਾ ਹੋਇਆ ਜਿਹੜਾ ਇੰਪੋਰਟੈਂਟ ਆ ਬਹੁਤ, ਠੀਕ ਹੈ, ਉਹ ਪੜਿਆ ਚਾਹੀਦਾ ਮੈਨੂੰ। ਨੈਕਸਟ ਕਲਾਸ ਜਦੋਂ ਕਰਾਂਗਾ ਤੇ ਨੈਕਸਟ ਕਲਾਸ ਦੇ ਅੰਦਰ ਟੌਪਿਕ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਬਿਲਕੁਲ ਚੰਗੀ ਤਰ੍ਹਾਂ ਪੜਿਆ ਹੋਣਾ ਚਾਹੀਦਾ। ਕਿ ਇੰਨੀ ਗੱਲ ਸਾਰਿਆਂ ਨੂੰ ਸਮਝ ਲੱਗੀ? apparent angle of dip. ਹਾਂਜੀ ਬਿਲਕੁਲ ਜੀ, ਐਪਰੈਂਟ ਐਂਗਲ ਆਫ ਡਿਪ, Okay, sir. ਠੀਕ ਹੈ ਬੱਚੇ। ਆ ਪੂਰੇ ਦਾ ਪੂਰਾ ਮੈਗਨੈਟਿਕ ਐਲੀਮੈਂਟ ਆਫ ਅਰਥ ਵਾਲਾ ਪੂਰਾ ਟੌਪਿਕ, ਠੀਕ ਹੈ ਜੀ। ਤਿੰਨੇ ਡੈਫੀਨੇਸ਼ਨ ਔਰ ਇਸ ਤੋਂ ਬਾਅਦ ਇਹਦੇ ਨਾਲ ਇੱਕ ਛੋਟਾ ਜਿਹਾ ਪਾਰਟ ਹੈ 3 ਪੁਆਇੰਟਸ ਦੇ ਵਿੱਚ, ਮੋਰ ਅਬਾਊਟ ਐਂਗਲ ਆਫ ਡਿਪ, ਠੀਕ ਹੈ। ਇੰਨਾ ਸਾਰਾ ਪਰਸਨ ਨੂੰ ਪੜਿਆ ਹੋਵੇ ਬੱਚੇ, ਠੀਕ ਹੈ ਜੀ। Okay, sir. ਉਹ ਗੂੰਗੇ ਵੀ ਬੋਲੋ, Yes, Yes, sir. sir. Yes, sir. ਇਹ ਬੜੇ ਸਿਆਣੇ। ਜਦੋਂ ਕਹਿੰਦਾ